बिस्मिल्लाहिर्रहमानिर्रहीम। अस्सलाम वालेकुम व्यूवर्स, की हाल उम्मीद है सारे ठीक होंगे। अल्लाह ताला सारिਆਂ ਨੂੰ ਆਪਣੇ ਘਰਾਂ 'ਚ ਖੁਸ਼ ਰੱਖੇ, ਆਬਾਦ ਰੱਖੇ, ਆਮੀਨ ਸੁਮਾ ਆਮੀਨ। ਇਹ ਤੇ व्यूवर्स ਰੋਜ਼ੇਦਾਰਾਂ ਦੇ ਮੇਦੇ ਵਿੱਚ ਏਸੀ ਲਾਉਣ ਵਾਲਾ ਜਿਹੜਾ ਅੱਜ ਆਪਾਂ ਡਰਿੰਕ ਬਣਾਵਾਂਗੇ, ਬਹੁਤ ਹੀ ਮਜ਼ੇ ਦਾ ਤੇ ਬਹੁਤ ਹੀ ਆਸਾਨ। ਤੁਸੀਂ ਇਹਨੂੰ ਪੀਓਗੇ ਤੇ ਤੁਹਾਨੂੰ ਇਸ ਤਰ੍ਹਾਂ ਹੀ ਲੱਗੇਗਾ ਜਿਸ ਤਰ੍ਹਾਂ ਤੁਸੀਂ ਕੋਈ ਕੁਲਫੀ ਵਗੈਰਾ ਖਾ ਰਹੇ ਹੋ। ਤੇ ਬਹੁਤ ਹੀ ਮਜ਼ੇ ਦਾ ਟੇਸਟ ਹੈ ਤੇ ਬਹੁਤ ਹੀ ਆਸਾਨ ਜੀ ਰੈਸਪੀ ਹੈ। ਕੋਈ ਜ਼ਿਆਦਾ ਚੀਜ਼ਾਂ ਆਪਾਂ ਇਹਦੇ ਵਿੱਚ ਸ਼ਾਮਿਲ ਨਹੀਂ ਕਰਨੀਆਂ ਤੇ ਸਿਰਫ ਇੱਕ ਤੋਂ ਦੋ ਚੀਜ਼ਾਂ ਦੇ ਨਾਲ ਹੀ ਇਹ ਬਿਹਤਰੀਨ ਜਿਹਾ ਬਣ ਕੇ ਤਿਆਰ ਹੋ ਜਾਏਗਾ। ਤੇ ਬਾਕੀ ਗਾਰਨਿਸ਼ਿੰਗ ਵਾਸਤੇ ਬਾਦਾਮ ਵਗੈਰਾ ਜਿਹੜੇ ਆ ਉਹ ਤੁਸੀਂ ਤੁਹਾਡੀ ਮਰਜ਼ੀ ਹੈ, ਤੁਸੀਂ ਸ਼ਾਮਿਲ ਕਰਨਾ ਚਾਹੋ ਤੇ ਕਰ ਲਓ, ਨਹੀਂ ਚਾਹੋ ਤੇ ਨਹੀਂ ਕਰੋ। ਬਿਸਮਿल्लाहिर्रहमानिर्रहीम। ਸਭ ਤੋਂ ਪਹਿਲੇ ਆਪਾਂ ਇੱਕ ਬਰਤਨ ਲੈ ਲਾਂਗੇ। ਬਰਤਨ ਦੇ ਵਿੱਚ ਥੋੜ੍ਹਾ ਜਿਹਾ ਪਾਣੀ ਪਾ ਲਿਆ ਤਾਂ ਕਿ ਦੁੱਧ ਜਿਹੜਾ ਵਾ ਨੀਚੇ ਬਰਤਨ ਦੇ ਵਿੱਚ ਜਲੇ ਨਹੀਂ। ਤੇ ਇਹਦੇ ਵਿੱਚ ਹੁਣ ਮੈਂ 1.5 ਲੀਟਰ ਦੁੱਧ ਸ਼ਾਮਿਲ ਕਰਾਂਗੀ। ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਆਪਣੇ ਟੇਸਟ ਦੇ ਜ਼ਰੂਰਤ ਦੇ ਮੁਤਾਬਿਕ ਜਿਹੜਾ ਵਾ ਦੁੱਧ ਲੈ ਸਕਦੇ ਹੋ। दूध ਨੂੰ ਅੱਛੇ ਤਰੀਕੇ ਦੇ ਨਾਲ ਆਪਾਂ ਬੋਇਲ ਕਰਾਂਗੇ। 5 ਤੋਂ 10 ਮਿੰਟ ਵਾਸਤੇ ਤੁਸੀਂ ਇਹਨੂੰ ਅੱਛੇ ਤਰੀਕੇ ਨਾਲ ਬੋਇਲ ਕਰਨਾ ਵਾ ਤੇ ਵਿੱਚ ਇਸ ਤਰ੍ਹਾਂ ਇਹਨੂੰ, ਜਿਸ ਤਰ੍ਹਾਂ ਆਪਾਂ ਦਹੀਂ ਵਾਲੇ ਦੁੱਧ ਨੂੰ ਫੈਂਟੀ ਲਾਈ ਦੀ ਹੈ, ਇਸ ਤਰ੍ਹਾਂ ਇਹਨੂੰ ਫੈਂਟੀ ਵੀ ਲਾਣੀ ਹੈ ਤਾਂ ਕਿ ਅੱਛਾ ਜਿਹਾ ਦੁੱਧ ਜਿਹੜਾ ਵਾ ਆਪਣਾ ਕਾੜੇ ਕੇ ਤੇ ਟੇਸਟ ਦੇਵੇ। ਤੇ ਮੈਂ ਇੱਕ ਰਸ ਲਿਆ ਸੀ, ਉਹਦੇ ਵਿੱਚ ਥੋੜ੍ਹਾ ਜਿਹਾ ਇਹਦੇ ਵਿੱਚੋਂ ਦੁੱਧ ਸ਼ਾਮਿਲ ਕਰ ਲਿਆ ਟੇਸਟ ਵਾਸਤੇ। ਤੇ ਇਹ ਰਸ ਨੂੰ ਆਪਾਂ ਟੇਸਟ ਵਾਸਤੇ ਇਹਦੇ ਵਿੱਚ ਸ਼ਾਮਿਲ ਕੀਤਾ ਤੇ ਉਹਨੂੰ ਮੈਂ ਬਲੈਂਡ ਕਰਕੇ ਇਹਦੇ ਵਿੱਚ ਸ਼ਾਮਿਲ ਕਰ ਦਿੱਤਾ ਵਾ। ਇਹ ਰਸ ਦੇ ਜਿਹੜੇ ਜ਼ਰਰੇ ਜਿਹੇ ਜੇ ਤੁਹਾਨੂੰ ਲੱਗੇ ਕਿ ਨਹੀਂ ਤੁਹਾਡੇ ਹੱਲ ਹੋ ਰਿਹਾ ਤੇ ਕੋਈ ਰਹਿ ਜਾਂਦਾ ਹੁੰਦਾ ਵਾ ਕਦੀ ਬਲੈਂਡ ਕਰਨ ਤੋਂ ਬਾਅਦ, ਤੇ ਤੁਸੀਂ ਇਹਨੂੰ ਜਿਹੜਾ ਵਾ ਸਪਾਈਡਰ ਵਗੈਰਾ ਨਾਲ ਛਲਣੀ ਨਾਲ ਉੱਪਰੋਂ ਇਹਨੂੰ ਚੁੱਕ ਵੀ ਸਕਦੇ ਹੋ। ਤੇ ਦੁੱਧ ਨੂੰ ਅੱਛੇ ਤਰੀਕੇ ਦੇ ਨਾਲ ਫੈਂਟੀ ਲਾ ਕੇ ਤੇ ਇਹਨੂੰ ਠੰਡਾ ਹੋਣ ਵਾਸਤੇ ਰੱਖ ਦਿੱਤਾ ਵਾ, ਚੁੱਲ੍ਹੇ ਤੋਂ ਉਤਾਰ ਲਿਆ ਵਾ। ਤੇ 1 ਕੱਪ ਦੁੱਧ ਦਾ ਜਿਹੜਾ ਆਪਾਂ ਚਾਹੇ ਡਪਾ ਵਾਲਾ ਡੋਂਗਾ ਹੁੰਦਾ ਵਾ, ਇਹ ਮੈਂ 1 ਕੱਪ ਚੀਨੀ ਦਾ ਲੈ ਲਿਆ ਵਾ। ਤੇ ਇਹਨੂੰ ਹੁਣ ਚੀਨੀ ਨੂੰ ਆਪਾਂ ਕੈਰਮਲਾਈਜ਼ ਕਰਾਂਗੇ। ਰਸ ਦੀ ਜਗ੍ਹਾ ਤੇ ਤੁਸੀਂ ਡਰਾਈ ਮਿਲਕ ਪਾਊਡਰ ਵੀ ਸ਼ਾਮਿਲ ਕਰ ਸਕਦੇ ਹੋ, ਲੇਕਿਨ ਉਹ ਥੋੜ੍ਹਾ ਮਹਿੰਗਾ ਪੈਂਦਾ ਹੈ ਤੇ ਹਰ ਕਿਸੇ ਕੋਲ ਹੁੰਦਾ ਵੀ ਨਹੀਂ। ਤੇ ਇਸ ਲਈ ਤੁਸੀਂ ਜਿਹੜਾ ਵਾ ਇਹਦੇ ਵਿੱਚ ਰਸ ਸ਼ਾਮਿਲ ਕਰ ਲਓ ਤੇ ਚੀਨੀ ਦੇ ਵਿੱਚ ਥੋੜ੍ਹਾ ਜਿਹਾ 2-3 ਚਮਚ ਪਾਣੀ ਦੇ ਸ਼ਾਮਿਲ ਕਰ ਲਓ ਤੇ ਇਹਨੂੰ ਆਪਾਂ ਜਿਹੜਾ ਵਾ ਕੈਰਮਲਾਈਜ਼ ਕਰਾਂਗੇ। ਤੁਹਾਨੂੰ ਵੀਡੀਓ ਚੰਗੀ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਜੇ। ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਆ ਜੇ, ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਾਈ ਤਾਂ ਕਿ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ। ਚੀਨੀ ਆਪਣੀ ਕੈਰਮਲਾਈਜ਼ ਹੋ ਗਈ ਹੈ ਤੇ ਦੁੱਧ ਆਪਾਂ ਉਤਾਰ ਕੇ ਜਿਹੜਾ ਰੱਖਿਆ ਹੋਇਆ ਸੀ, 1 ਡੋਂਗਾ ਪਹਿਲੇ ਦੁੱਧ ਦਾ ਇਹਦੇ ਵਿੱਚ ਸ਼ਾਮਿਲ ਕਰਾਂਗੇ। ਦੁੱਧ ਹਜੇ ਗਰਮ ਹੀ ਹੈ, ਬਹੁਤ ਜ਼ਿਆਦਾ ਠੰਡਾ ਨਹੀਂ ਹੋਇਆ, ਨੀਮ ਗਰਮ ਤੋਂ ਜ਼ਿਆਦਾ ਗਰਮ ਸੀਗਾ ਦੁੱਧ। ਤੇ ਇਹ ਦੇਖੋ ਇਹਨੂੰ ਆਪਾਂ ਜਿਹੜਾ ਵਾ ਹੁਣ ਬਾਕੀ ਦਾ ਸਾਰਾ ਇਹਦੇ ਵਿੱਚ ਸ਼ਾਮਿਲ ਕਰ ਦਾਂਗੇ। ਜੇ ਤੁਸੀਂ ਠੰਡਾ ਦੁੱਧ ਸ਼ਾਮਿਲ ਕਰੋਗੇ ਉਹਦੇ ਨਾਲ ਕੀ ਹੋਏਗਾ ਕਿ ਜਿਹੜੀ ਤੁਸੀਂ ਚੀਨੀ ਕੈਰਮਲਾਈਜ਼ ਕੀਤੀ ਉਹ ਸਾਰੀ ਇੱਕ ਹੀ ਦਫਾ ਫਿਰ ਉਹਦੀ ਪਾਪੜੀ ਜੀ ਬਣ ਜਾਏਗੀ ਤੇ ਉਹਨੂੰ ਟਾਈਮ ਲੱਗੇਗਾ। ਤੇ ਇਸ ਤਰ੍ਹਾਂ ਜੇ ਤੁਸੀਂ ਨੀਮ ਗਰਮ ਜਾਂ ਫੁੱਲ ਗਰਮ ਦੁੱਧ ਵੀ ਜੇ ਤੁਸੀਂ ਇਸ ਤਰ੍ਹਾਂ ਹੀ ਸ਼ਾਮਿਲ ਕਰ ਦਿਓਗੇ ਤੇ ਇਹਦੇ ਨਾਲ ਤੁਹਾਡਾ ਇਹ ਮਸਲਾ ਜਿਹੜਾ ਜਲਦੀ ਸੋਲਵ ਹੋ ਜਾਏਗਾ। ਬਹੁਤ ਜਲਦੀ ਚੀਨੀ ਜਿਹੜੀ ਹੈ ਅਗਰ ਥੋੜ੍ਹੀ ਬਹੁਤ ਜੰਮੇਗੀ ਵੀ ਤੇ ਦੁਬਾਰਾ ਤੇ ਉਹ ਫਿਰ ਪਿਘਲ ਜਾਏਗੀ ਬਹੁਤ ਹੀ ਆਸਾਨੀ ਦੇ ਨਾਲ। ਤੇ ਹੁਣ ਇਹਨੂੰ ਥੋੜ੍ਹੀ ਦੇਰ ਵਾਸਤੇ ਹੋਰ ਫੈਂਟ ਲਓ। ਦੁੱਧ ਦਾ ਮੈਂ ਬਰਤਨ ਚੇਂਜ ਕਰਕੇ ਤੇ ਇਹ ਦੇਖੋ ਇਹਨੂੰ ਥੋੜ੍ਹੀ ਦੇਰ ਵਾਸਤੇ ਠੰਡਾ ਕਰਾਂਗੇ ਫੈਂਟ ਕੇ। ਤੇ ਉਸ ਤੋਂ ਬਾਅਦ ਇਹਨੂੰ ਮੈਂ ਫਰਿੱਜ 'ਚ ਰੱਖ ਦਿਆਂਗੀ ਤਕਰੀਬਨ ਘੰਟੇ 1.5 ਘੰਟੇ ਵਾਸਤੇ। ਤੇ ਉਸ ਤੋਂ ਬਾਅਦ ਜਿਹੜਾ ਵਾ ਆਪਾਂ ਇਹਦੇ ਵਿੱਚ ਜਿੰਨੀ ਦੇਰ ਤੱਕ ਇਹਨੇ ਠੰਡਾ ਹੋਣਾ ਵਾ, ਇੱਕ ਅੱਜ ਥੋੜ੍ਹਾ ਜਿਹਾ ਪਾਣੀ ਲੈ ਲਿਆ ਵਾ ਤੇ 1 ਚਮਚ ਮੈਂ ਇਹਦੇ ਵਿੱਚ ਤੁਖਮੇ ਰਿਹਾਨ ਸ਼ਾਮਿਲ ਕਰ ਦਿੱਤੇ। ਤੁਸੀਂ ਤੁਖਮ ਲੰਗਾ ਵੀ ਲੈ ਸਕਦੇ ਹੋ। ਤੇ ਇਹ ਦੇਖੋ ਹੁਣ 1 ਘੰਟੇ ਤੋਂ ਬਾਅਦ ਦੁੱਧ ਵੀ ਠੰਡਾ ਹੋ ਗਿਆ ਵਾ। ਤੇ ਹੁਣ ਇਹਨੂੰ ਮੈਂ ਜਿਹੜੇ ਆ ਤੁਖਮੇ ਰਿਹਾਨ ਜਿਹੜੇ ਭਿਗੋ ਕੇ ਰੱਖੇ ਹੋਏ ਸੀਗੇ ਅੱਛੇ ਤਰੀਕੇ ਨਾਲ ਭੁੱਲ ਗਏ ਆ। ਉਹ ਤਕਰੀਬਨ 5-10 ਮਿੰਟ 'ਚ ਫੁੱਲ ਜਾਂਦੇ ਹੁੰਦੇ ਆ, ਇਹਨਾਂ ਦਾ ਕੋਈ ਇੰਨਾ ਮਸਲਾ ਨਹੀਂ ਹੁੰਦਾ। ਤੇ ਇਹ ਦੇਖੋ ਹੁਣ ਇਹਨਾਂ ਨੂੰ ਆਪਾਂ ਇਹਦੇ ਵਿੱਚ ਸ਼ਾਮਿਲ ਕਰ ਦਿੱਤਾ ਤੇ ਹੁਣ ਆਪਾਂ ਜਿਹੜਾ ਦੁੱਧ ਆ ਉਹਨੂੰ ਸਰਵ ਕਰਾਂਗੇ। ਤੁਹਾਨੂੰ ਵੀਡੀਓ ਚੰਗੀ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਜੇ। ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਆ ਜੇ, ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਾਈ ਤਾਂ ਕਿ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ। ਇਸ ਦੁੱਧ ਨੂੰ ਤੁਸੀਂ ਅਫਤਾਰੀ ਵੇਸਟ ਵੀ ਬਣਾ ਸਕਦੇ ਹੋ ਤੇ ਸ਼ਾਮ ਨੂੰ ਬਣਾ ਕੇ ਤੁਸੀਂ ਇਹਨੂੰ ਰੱਖ ਵੀ ਸਕਦੇ ਹੋ ਸਹਿਰੀ ਵਾਸਤੇ। ਮੈਂ ਇਹਦੇ ਵਿੱਚ ਬਰਫ਼ ਸ਼ਾਮਿਲ ਨਹੀਂ ਕਰਾਂਗੀ ਕਿਉਂਕਿ ਮੈਂ ਇਹਨੂੰ ਵੈਸੇ ਹੀ ਯੱਕ ਠੰਡਾ ਕਰ ਲਿਆ ਵਾ। ਤੇ ਇਹ ਦੇਖੋ ਮਾਸ਼ਾਅੱਲਾ ਇਹਦੀ ਫਾਈਨਲ ਲੁੱਕ। ਬਰਫ਼ ਤੁਸੀਂ ਸ਼ਾਮਿਲ ਕਰਨਾ ਚਾਹੋ ਤੇ ਕਰ ਲਓ, ਲੇਕਿਨ ਜਦੋਂ ਬਰਫ਼ ਸ਼ਾਮਿਲ ਕਰੋਗੇ ਤੇ ਜਿਹੜਾ ਆਪਾਂ ਕਾੜ ਕੇ ਦੁੱਧ ਨੂੰ ਗਾੜਾ ਕੀਤਾ ਸੀ ਉਹਦਾ ਕੋਈ ਫਾਇਦਾ ਨਹੀਂ ਰਹੇਗਾ। ਬਰਫ਼ ਦੇ ਨਾਲ ਦੁੱਧ ਜਿਹੜਾ ਵਾ ਦੁਬਾਰਾ ਪਤਲਾ ਹੋ ਜਾਏਗਾ। ਇਸ ਲਈ ਤੁਸੀਂ ਕੋਸ਼ਿਸ਼ ਕਰਿਓ ਕਿ ਤੁਸੀਂ ਦੁੱਧ ਨੂੰ ਜਿਹੜਾ ਵਾ ਨਾ ਫਰਿੱਜ 'ਚ ਰੱਖ ਕੇ ਹੀ ਠੰਡਾ ਕਰਿਓ ਤਾਂ ਕਿ ਮਜ਼ੇਦਾਰ ਜਿਹਾ ਟੇਸਟ ਆਵੇ, ਸਭ ਨੂੰ ਬਹੁਤ ਹੀ ਪਸੰਦ ਆਵੇ। ਇੱਕ ਹੈਲਦੀ ਚੀਜ਼ ਆ, ਹੈਲਦੀ ਆਪਸ਼ਨ ਆ। ਤੁਸੀਂ ਜੇ ਬਾਜ਼ਾਰ ਦੇ ਕੋਲਡ ਡਰਿੰਕਸ ਵਗੈਰਾ ਪੀਂਦੇ ਹੋ ਅਫਤਾਰੀ 'ਚ, ਉਹਦੇ ਨਾਲੋਂ ਬਿਹਤਰ ਹੈ ਕਿ ਤੁਸੀਂ ਇਸ ਤਰੀਕੇ ਦੇ ਨਾਲ ਆਪਣੇ ਘਰਦਿਆਂ ਨੂੰ ਦੁੱਧ ਬਣਾ ਕੇ ਦਿਓ। ਬਹੁਤ ਹੀ ਆਸਾਨ ਜਿਹਾ ਤੇ ਤਰੀਕਾ ਤੁਹਾਨੂੰ ਦੱਸਿਆ ਵਾ, ਬਿਲਕੁਲ ਤੁਹਾਨੂੰ ਇਸ ਤਰ੍ਹਾਂ ਹੀ ਲੱਗੇਗਾ ਜਿਸ ਤਰ੍ਹਾਂ ਤੁਸੀਂ ਕੋਈ ਖੋਏ ਮਲਾਈ ਵਾਲੀ ਕੁਲਫੀ ਖਾ ਰਹੇ ਹੋ, ਕਿਉਂਕਿ ਆਪਾਂ ਇਹਦੇ ਵਿੱਚ ਜਿਹੜਾ ਰਸ ਸ਼ਾਮਿਲ ਕੀਤਾ ਵਾ ਉਹਦੇ ਨਾਲ ਬਿਲਕੁਲ ਤੁਹਾਨੂੰ ਜਿਹੜਾ ਵਾ ਇਹੀ ਟੇਸਟ ਆਏਗਾ ਖੋਏ ਮਲਾਈ ਵਾਲੀ ਕੁਲਫੀ ਦਾ।
ਮੇਰੇ ਬਾਕੀ ਦੇ ਚੈਨਲ ਦਾ ਵੀ ਵਿਜ਼ਿਟ ਕਰੋ। ਤੁਹਾਨੂੰ ਵੀਡੀਓਜ਼ ਅੱਛੀਆਂ ਲੱਗਣ ਤੇ ਜ਼ਰੂਰ ਉਹਨਾਂ ਨੂੰ ਵੀ ਲਾਈਕ ਕਰੋ, ਸ਼ੇਅਰ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਮਿਲਦੇ ਹਾਂ ਕਿਸੇ ਨੈਕਸਟ ਵੀਡੀਓ 'ਚ, ਉਦੋਂ ਤੱਕ ਲਈ ਅੱਲਾ ਹਾਫਿਜ਼।